ਹਾਂਜੀ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਹਾਂਜੀ ਪੰਜਾਬ ਚੈਨਲ ਆਪਣੇ ਮੰਚ ਦੇ ਜ਼ਰੀਏ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਸਮਾਜ ਦੇ ਵਿੱਚੋਂ ਉਹ ਪ੍ਰੇਰਨਾ ਸਰੋਤ ਕਹਾਣੀਆਂ ਨੂੰ ਲੱਭ ਕੇ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ, ਜੋ ਕਿ ਸਾਨੂੰ ਹਰ ਪੱਖ ਤੋਂ ਸੋਚਣ ਦੇ ਲਈ, ਸਮਝਣ ਦੇ ਲਈ ਤੇ ਕੁਝ ਵੱਖਰਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਨੇ। ਸੋ ਆਓ ਤੁਹਾਡੇ ਨਾਲ ਅੱਜ ਇੱਕ ਪ੍ਰੇਰਨਾ ਸਰੋਤ ਕਹਾਣੀ ਸਾਂਝੀ ਕਰਦੇ ਹਾਂ, ਜਿਹੜੀ ਕਹਾਣੀ ਜੁੜੀ ਹੋਈ ਹੈ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਨਾਲ, ਤੇ ਜੁੜੀ ਹੋਈ ਹੈ ਉਸ ਲੜਕੀ ਦੇ ਨਾਲ, ਉਸ ਔਰਤ ਦੇ ਨਾਲ ਜਿਹਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਉਸ ਦੁਨੀਆ ਦੇ ਵਿੱਚ ਜਿੱਥੇ ਲੜਕੀਆਂ ਬਹੁਤ ਘੱਟ ਜਾਂਦੀਆਂ ਨੇ, ਤੇ ਖਾਸ ਕਰਕੇ ਜਦੋਂ ਅਸੀਂ ਗੱਲ ਪੰਜਾਬ ਦੀ ਕਰਦੇ ਹਾਂ। ਰੂਹੀ ਵੀ ਬਾਕੀ ਲੜਕੀਆਂ ਦੇ ਵਾਂਗ ਪੰਜਾਬ ਦੇ ਵਿੱਚ ਪਲੀ ਪੜ੍ਹੀ ਤੇ ਉਸ ਤੋਂ ਬਾਅਦ ਉਹ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਚਲੀ ਗਈ। ਵਿਆਹ ਤੋਂ ਬਾਅਦ ਆਸਟ੍ਰੇਲੀਆ ਪਹੁੰਚਣ ਤੇ ਬਾਕੀ ਹੀ ਔਰਤਾਂ ਵਾਂਗ ਉਸਦੀ ਜ਼ਿੰਦਗੀ ਸਧਾਰਨ ਬਣੀ ਰਹੀ। ਪਰਿਵਾਰ ਅੱਗੇ ਵਧਿਆ, ਬੱਚੇ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਤੇ ਰੂਹੀ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ ਤੇ ਸ਼ੁਰੂ ਹੋਇਆ ਕਾਮਯਾਬੀ ਦਾ ਇੱਕ ਸਫ਼ਰ। 1983 ਨੂੰ ਜਨਮੀ ਰੂਹੀ 14 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈ। 2014 ਦੇ ਵਿੱਚ ਜਦੋਂ ਉਸਦੇ ਬੇਟੇ ਦਾ ਜਨਮ ਹੋਇਆ ਤੇ ਉਸ ਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਦੀ ਇੱਕ ਹੋਰ ਨਵੀਂ ਸ਼ੁਰੂਆਤ ਬਾਡੀ ਬਿਲਡਿੰਗ ਕੈਰੀਅਰ ਦੇ ਵਿੱਚ ਸ਼ੁਰੂ ਕੀਤੀ। ਹਾਲਾਂਕਿ ਬਾਡੀ ਬਿਲਡਿੰਗ ਕੈਰੀਅਰ ਦੀ ਜਦੋਂ ਗੱਲ ਕਰਦੇ ਹਾਂ ਤੇ ਚੋਣਵੇਂ ਨਾਮ ਲੜਕੀਆਂ ਦੇ ਸਾਡੇ ਪੋਟਿਆਂ ਦੇ ਉੱਤੇ ਦਿਖਦੇ ਨੇ, ਕਿਉਂਕਿ ਪੰਜਾਬ ਵਰਗੇ ਜਦੋਂ ਅਸੀਂ ਸੂਬੇ ਦੀ ਗੱਲ ਕਰਦੇ ਹਾਂ ਤੇ ਪੰਜਾਬਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਸ ਖੇਤਰ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਆਪਣਾ ਪੈਰ ਪੁੱਟਿਆ। ਪੰਜਾਬ ਤੋਂ ਆਸਟ੍ਰੇਲੀਆ ਪਹੁੰਚੀ ਰੂਹੀ ਬਾਡੀ ਬਿਲਡਿੰਗ ਖੇਤਰ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਆਪਣੀ ਛਾਪ ਛੱਡਣ ਲੱਗ ਗਈ ਕਿ ਲੋਕਾਂ ਨੇ ਉਹਨੂੰ ਦੇਖਣਾ, ਉਹਦੀਆਂ ਵੀਡੀਓਜ਼ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤੇ ਉਹ ਪ੍ਰੇਰਨਾ ਬਣੀ ਉਹਨਾਂ ਲੱਖਾਂ ਕਰੋੜਾਂ ਔਰਤਾਂ ਦੇ ਲਈ ਜਿਹੜੀਆਂ ਸ਼ਾਇਦ ਇਹ ਸੋਚਦੀਆਂ ਸੀ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਕਿਤੇ ਰੁਕ ਜਿਹੀ ਜਾਂਦੀ ਹੈ। ਆਪਣੀ ਮਾਂ ਨੂੰ ਆਪਣੀ ਪ੍ਰੇਰਨਾ ਸਰੋਤ ਵੀ ਰੂਹੀ ਮੰਨਦੀ ਹੈ, ਕਿਉਂਕਿ ਉਹਨੂੰ ਲੱਗਦਾ ਹੈ ਕਿ ਜਨਮ ਦੇਣ ਵਾਲੀ ਉਸ ਮਾਂ ਨੇ ਹੀ ਉਸ ਨੂੰ ਜਿੱਥੇ ਪੈਦਾ ਹੀ ਨਹੀਂ ਕੀਤਾ, ਹਰ ਕਦਮ ਦੇ ਉੱਤੇ ਉਸ ਦਾ ਸਾਥ ਵੀ ਦਿੱਤਾ ਹੈ। ਖੇਡਾਂ ਦੇ ਖੇਤਰ ਦੇ ਵਿੱਚ ਹੀ ਆਪਣਾ ਨਾਮ ਖੱਟਣ ਵਾਲੇ ਪੰਜਾਬ ਦੇ ਕਾਮਾ, ਜਿਹੜੇ ਕਿ ਉਸ ਸਮੇਂ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਹੇ ਨੇ, ਉਹਨਾਂ ਨੂੰ ਆਪਣਾ ਖੇਡਾਂ ਦੇ ਖੇਤਰ ਦੇ ਵਿੱਚ, ਫਿਟਨੈਸ ਦੇ ਖੇਤਰ ਦੇ ਵਿੱਚ ਰੂਹੀ ਪ੍ਰੇਰਨਾ ਸਰੋਤ ਮੰਨਦੀ ਹੈ, ਮੋਟੀਵੇਸ਼ਨਲ ਮੰਨਦੀ ਹੈ ਤੇ ਉਹਨਾਂ ਦੇ ਜਿਮ ਦੇ ਵਿੱਚ ਹੀ ਆਪਣੀਆਂ ਸੇਵਾਵਾਂ ਵੀ ਦੇ ਰਹੀ ਹੈ। ਕੋਚ ਬੈਨ ਦਾ ਵੀ ਇਹ ਮੰਨਣਾ ਹੈ ਕਿ ਰੂਹੀ ਵਰਗੇ ਵਿਰਲੇ ਹੀ ਹੁੰਦੇ ਨੇ ਜਿਹੜੀਆਂ ਔਰਤਾਂ ਵਿਆਹ ਤੋਂ 14-15 ਸਾਲ ਬਾਅਦ ਇੰਨੀ ਮਿਹਨਤ, ਇੰਨੀ ਸ਼ਿੱਦਤ ਦਿਖਾਉਂਦੀਆਂ ਨੇ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ, ਆਪਣੇ ਪੈਸ਼ਨ ਨੂੰ ਲੈ ਕੇ, ਤੇ ਉਸ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰ ਦਿੰਦੀਆਂ ਨੇ। ਸੋ ਹੋਰ ਉਹਨਾਂ ਦੇ ਕੋਚ ਦਾ ਰੂਹੀ ਬਾਰੇ ਕੀ ਕਹਿਣਾ ਹੈ, ਆਓ ਸੁਣਦੇ ਹਾਂ। Ruhi could be described as someone who has a lot of residual energy. You know, she's always trying to progress. She's always moving. She's always moving. She's always trying to be better. And you know, she exudes positive energy. She exudes intense energy. She exudes happiness. Ruhi is the perfect encapsulation of
what it is to be a busy mum, a busy Indian, busy working Indian, and someone who can still attain a very impressive natural physique while juggling, life endeavours. I think exercise as a whole really helped resolve a lot of the underlying issues she was dealing with at the time in regards to mental health issues. And I witnessed firsthand how exercise and training her, being her coach, I witnessed that exercise as a whole helped to be happy. As they say, exercise helps to release those happy hormones. ਕੋਈ ਵੀ ਸਫ਼ਰ ਔਖਾ ਨਹੀਂ ਹੁੰਦਾ, ਲੋੜ ਹੁੰਦੀ ਹੈ ਬਸ ਇੱਕ ਵਾਰੀ ਸ਼ੁਰੂਆਤ ਕਰਨ ਦੀ। ਰੂਹੀ ਅਮਰੀਕ ਸੈਣੀ ਨੇ ਇਹ ਸਾਬਤ ਕੀਤਾ ਕਿ ਅਗਰ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਪੂਰਾ ਹੋ ਜਾਂਦਾ ਹੈ। ਔਰਤਾਂ ਨੂੰ ਵੀ ਉਹ ਹਮੇਸ਼ਾ ਇਹੀ ਗੱਲ ਕਹਿੰਦੀ ਹੈ ਕਿ ਸੁਪਨੇ ਸਾਨੂੰ ਜੀਣੇ ਛੱਡਣੇ ਨਹੀਂ ਚਾਹੀਦੇ, ਲਗਾਤਾਰ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਂਜੀ ਪੰਜਾਬ ਚੈਨਲ ਦੀ ਟੀਮ ਧੰਨਵਾਦ ਕਰਦੀ ਹੈ ਰੂਹੀ ਅਮਰੀਕ ਸੈਣੀ ਦਾ, ਜਿਨ੍ਹਾਂ ਨੇ ਕਿ ਆਪਣੀ ਇਹ ਮੋਟੀਵੇਸ਼ਨਲ ਸਟੋਰੀ, ਇਹ ਪ੍ਰੇਰਨਾਦਾਇਕ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਅਤੇ ਇਸ ਮੰਚ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਤੱਕ ਇਸ ਨੂੰ ਪਹੁੰਚਾ ਰਹੇ ਹਾਂ। ICN ਫੈਡਰੇਸ਼ਨ ਜੋ ਕਿ 2021 ਮਾਰਚ ਦੇ ਵਿੱਚ ਚੈਂਪੀਅਨਸ਼ਿਪ ਕਰਵਾਏਗੀ, ਉਹਦੇ ਵਿੱਚ ਸਪੋਰਟਸ ਮਾਡਲ ਮਮ ਦੇ ਵਿੱਚ ਤੀਸਰੀ ਪੋਜੀਸ਼ਨ, ਰਾਈਜ਼ਿੰਗ ਸਟਾਰ ਮਮ ਦੇ ਵਿੱਚ 5ਵੀਂ ਪੋਜੀਸ਼ਨ ਅਤੇ ਰਾਈਜ਼ਿੰਗ ਸਟਾਰ ਸਪੋਰਟਸ ਮਾਡਲ 30+ ਦੇ ਵਿੱਚ 4th ਪੋਜੀਸ਼ਨ ਆਪਣੇ ਨਾਮ ਕੀਤੀ। ਰੂਹੀ ਨੇ ਅਨੇਕਾਂ ਹੀ ਚੈਂਪੀਅਨਸ਼ਿਪ ਦੇ ਵਿੱਚ ਹੁਣ ਤੱਕ ਭਾਗ ਲਿਆ, ਆਪਣੀ ਹਾਜ਼ਰੀ ਲਵਾਈ ਤੇ ਦੱਸਿਆ ਕਿ ਔਰਤਾਂ ਅਗਰ ਚਾਹਣ ਤਾਂ ਉਹ ਕਿਸੇ ਵੀ ਉਮਰ ਦੇ ਵਿੱਚ ਕੋਈ ਵੀ ਪ੍ਰੋਫੈਸ਼ਨ ਅਪਣਾ ਕੇ, ਕੋਈ ਵੀ ਕੰਮ ਕਰਕੇ ਆਪਣੇ ਆਪ ਨੂੰ ਸਥਾਪਿਤ ਕਰ ਸਕਦੀਆਂ ਨੇ। ਦੱਸ ਸਕਦੀਆਂ ਨੇ ਕਿ ਕੁਦਰਤ ਨੇ ਔਰਤ ਨੂੰ ਕਿੰਨਾ ਸਮਰੱਥ ਬਣਾਇਆ ਕਿ ਉਹ ਜਿੱਥੇ ਘਰ ਪਰਿਵਾਰ ਬਖੂਬੀ ਸਾਂਭ ਸਕਦੀ ਹੈ, ਉੱਥੇ ਪ੍ਰੋਫੈਸ਼ਨਲੀ ਵੀ ਉਹ ਆਪਣੇ ਆਪ ਨੂੰ ਸਿਖਰ 'ਤੇ ਲਿਜਾਣ ਦੇ ਲਈ ਹਰ ਤਰ੍ਹਾਂ ਦੀ ਮਿਹਨਤ ਕਰ ਸਕਦੀ ਹੈ। ਇਹ ਰੂਹੀ ਦਾ ਅਗਲਾ ਸੁਪਨਾ ਆਸਟ੍ਰੇਲੀਆ ਦੀ ਪੁਲਿਸ ਫੋਰਸ ਜੁਆਇਨ ਕਰਕੇ ਉੱਥੋਂ ਦੇ ਲੋਕਾਂ ਦੀ ਸੇਵਾ ਕਰਨਾ ਹੈ, ਪੰਜਾਬੀਆਂ ਦਾ ਮਾਣ ਉੱਚਾ ਕਰਨਾ ਹੈ, ਭਾਰਤ ਦਾ ਨਾਮ ਚਮਕਾਉਣਾ ਹੈ। ਇੰਸ਼ਾਅੱਲਾ ਉਹਨਾਂ ਦਾ ਇਹ ਸੁਪਨਾ ਜਲਦੀ ਪੂਰਾ ਹੋਵੇ ਤੇ ਹੋਰ ਅਨੇਕਾਂ ਲੱਖਾਂ ਕਰੋੜਾਂ ਔਰਤਾਂ ਦੀ ਉਹ ਫਿਰ ਪ੍ਰੇਰਨਾ ਬਣਨ। ਹਾਂਜੀ ਪੰਜਾਬ ਚੈਨਲ ਦੀ ਟੀਮ ਵੱਲੋਂ ਬਹੁਤ ਸਾਰੀਆਂ ਦੁਆਵਾਂ ਉਹਨਾਂ ਦੇ ਲਈ। ਹਾਂਜੀ ਪੰਜਾਬ ਚੈਨਲ ਦੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਜੋ ਕਿ ਮੈਨੂੰ ਸੁਣ ਪਾ ਰਹੇ ਆ ਜਾਂ ਮੈਨੂੰ ਦੇਖ ਪਾ ਰਹੇ ਆ, ਉਹਨਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰੂਹੀ ਸੈਣੀ ਆਸਟ੍ਰੇਲੀਆ ਦੇ ਵਿੱਚ ਮੈਲਬਰਨ 'ਚ ਰਹਿੰਦੀ ਹਾਂ। ਮੈਂ ਅੱਜ ਤੁਹਾਡੇ ਨਾਲ ਆਪਣੀ ਉਹ ਜਰਨੀ ਸ਼ੇਅਰ ਕਰਨਾ ਚਾਹੁੰਦੀ ਹਾਂ ਜੋ ਕਿ ਸ਼ਾਇਦ ਮੈਨੂੰ ਇੱਕ ਪੁਆਇੰਟ 'ਤੇ ਬਿਲਕੁਲ ਇੰਪੋਸੀਬਲ ਲੱਗੀ ਸੀ। ਐਂਡ ਇਹ ਜਰਨੀ ਮੇਰੀ ਸਾਰੀ ਜਿਹੜੀਆਂ ਵਿਮਨਸ ਨੇ ਉਹਨਾਂ ਲਈ ਡੈਡੀਕੇਟਿਡ ਉਹਨਾਂ ਨੂੰ ਡੈਡੀਕੇਟ ਕਰਦੀ ਹਾਂ। ਸੋ ਜਦੋਂ ਮੈਂ ਮੈਰਿਜ ਹੋਈ ਮੇਰੀ 2009 'ਚ ਮੈਂ ਇੱਥੇ ਆਈ। ਮੈਂ ਇੰਡੀਆ ਦੇ ਵਿੱਚ ਐਥਲੀਟ ਰਹੀ ਹਾਂ ਤਾਂ ਮੇਰੇ ਫਾਦਰ ਹੀ ਪਾਸਡ ਅਵੇ ਜਦੋਂ ਮੈਂ 10th ਵਿੱਚ ਸੀਗੀ। ਤਾਂ ਉਹਨਾਂ ਦਾ ਇੱਕ ਡਰੀਮ ਹੁੰਦਾ ਸੀ ਸ਼ੁਰੂ ਤੋਂ ਕਿ ਮੈਂ IPS ਜੁਆਇਨ ਕਰਾਂ, ਪੁਲਿਸ ਆਫਿਸਰ ਬਣਾ, ਬਟ ਸਮਹਾਓ ਉਹ ਮੈਨੂੰ ਅੱਧ ਰਸਤੇ ਛੱਡ ਕੇ ਚਲੇ ਗਏ ਤਾਂ ਮੈਂ ਆਪਣਾ ਉਹ ਡਰੀਮ ਪੂਰਾ ਨਹੀਂ ਕਰ ਪਾਈ। ਫਿਰ ਮੇਰੇ ਮੰਮਾ, ਮੇਰੀ ਸਿਸਟਰ, ਚਲੋ ਇੰਡੀਆ 'ਚ ਪੜ੍ਹਾਈ ਖਤਮ ਹੋਈ, ਮੈਰਿਜ ਹੋਈ, ਫਿਰ ਮੈਂ ਇੱਥੇ ਆਸਟ੍ਰੇਲੀਆ 'ਚ ਆਈ, ਮੈਲਬਰਨ 'ਚ ਆਈ। ਫਿਰ ਮੈਂ ਇੱਕ ਟਿਪੀਕਲ ਹਾਊਸ ਵਾਈਫ ਬਣ ਗਈ, ਲਾਈਕ ਜਿੱਦਾਂ ਅਸੀਂ ਸਾਰੇ ਆਫਟਰ ਮੈਰਿਜ ਹੈ ਨਾ ਚੱਲਦੇ ਹਾਂ। ਹੌਲੀ ਹੌਲੀ ਟਾਈਮ ਬੀਤਦਾ ਗਿਆ, ਸਾਲ ਬੀਤਦੇ ਗਏ। ਫਿਰ ਮੇਰੇ ਫਸਟ ਬੇਬੀ ਹੋਇਆ, ਮੇਰੀ ਬੇਟੀ ਹੋਈ 2011 ਦੇ ਵਿੱਚ। ਅਤੇ ਹੌਲੀ ਥੋੜ੍ਹਾ ਮੈਨੂੰ ਇੱਦਾਂ ਆਪਣੇ ਆਪ 'ਚ ਫੀਲ ਹੁੰਦਾ ਸੀ ਕਿ I'm not doing right, ਮਤਲਬ ਮੈਂ ਕੁਛ ਅਧੂਰੀ, ਕਿਤੇ ਨਾ ਕਿਤੇ ਕੁਛ ਗੈਪ ਚੱਲ ਰਿਹਾ ਮੇਰਾ। ਫਿਰ ਬਟ ਸਟਿਲ ਲਾਈਫ ਬਿਜ਼ੀ, ਬੇਟੀ ਨਾਲ ਬਿਜ਼ੀ ਹੋ ਗਈ। ਉਸ ਤੋਂ ਬਾਅਦ ਫਿਰ 2014 'ਚ ਮੇਰਾ ਬੇਟਾ ਹੋਇਆ। ਜਦੋਂ ਮੈਂ ਪ੍ਰੈਗਨੈਂਟ ਹੋਈ ਆਪਣੇ ਬੇਟੇ ਨੂੰ ਲੈ ਕੇ ਤਾਂ ਮੈਨੂੰ 3rd ਮੰਥ 'ਚ ਹੀ ਡਿਪਰੈਸ਼ਨ ਸ਼ੁਰੂ ਹੋ ਗਿਆ। ਐਂਡ ਮੈਨੂੰ ਇੱਦਾਂ ਰਾਤ ਨੂੰ ਨੀਂਦ ਨਹੀਂ ਆਉਣੀ, ਔਰ ਮੈਨੂੰ ਕਿਉਂਕਿ ਕਦੀ ਅਸੀਂ ਡਿਪਰੈਸ਼ਨ ਬਾਰੇ ਇੰਡੀਆ 'ਚ ਕੁਛ ਸੁਣਿਆ ਨਹੀਂ ਸੀ। ਸੋ ਮੈਂ ਡਾਕਟਰ ਦੇ ਕੋਲ ਗਈ, ਮੈਂ ਉਹਨਾਂ ਨੂੰ ਦੱਸਿਆ ਕਿ ਡਾਕਟਰ ਮੈਨੂੰ ਇੱਦਾਂ ਫੀਲ ਹੋ ਰਿਹਾ। ਡਾਕਟਰ ਇੰਡੀਅਨ ਸੀਗੇ ਉਹ ਵੀ, ਤਾਂ ਉਹ ਕਹਿੰਦੇ ਕਿ ਰੂਹੀ ਆਮ ਵੈਰੀ ਸੌਰੀ, ਆਮ ਵੈਰੀ ਸ਼ੌਕਡ ਕਿ ਤੇਰੇ ਵਰਗੇ ਬੰਦੇ ਨੂੰ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਪੈ ਰਿਹਾ ਬਿਕੋਜ਼ ਯੂ ਆਰ ਇਨਟੂ ਐਂਜ਼ਾਈਟੀ। ਇਹ ਪ੍ਰੈਗਨੈਂਸੀ ਹਾਰਮੋਨਲ ਜਿਹੜੀ ਚੇਂਜ ਆਈ ਹੈ
ਇਹਦੇ ਕਰਕੇ ਤੁਸੀਂ ਇਸ ਬਿਮਾਰੀ ਦੇ ਸ਼ਿਕਾਰ ਬਣੇ ਹੋ। ਸੋ ਮੈਨੂੰ ਲੱਗਦਾ ਸੀ ਕਿ ਠੀਕ ਹੈ, ਚਲੋ ਠੀਕ ਹੋ ਜਾਏਗੀ। ਉਹ ਡਾਕਟਰ ਨੂੰ ਵੀ ਲੱਗਦਾ ਸੀ ਕਿ ਮਾਈਲਡ ਹੈ, ਠੀਕ ਹੋ ਜਾਏਗੀ। ਬਟ ਜਿੱਦਾਂ ਜਿੱਦਾਂ ਮੇਰੀ ਪ੍ਰੈਗਨੈਂਸੀ ਵੱਧਦੀ ਗਈ, ਮੇਰੀ ਡਿਪਰੈਸ਼ਨ, ਮੇਰਾ ਐਂਜ਼ਾਈਟੀ ਬਹੁਤ ਜ਼ਿਆਦਾ ਵੱਧਦਾ ਗਿਆ। ਇੱਕ ਪੁਆਇੰਟ ਇੱਦਾਂ ਦਾ ਆ ਗਿਆ ਸੀ ਕਿ ਮੈਂ ਨਾ ਤਾਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਪਾਉਂਦੀ ਸੀ, ਨਾ ਮੈਂ ਕੁਝ ਖਾ ਪਾਉਂਦੀ ਸੀ, ਨਾ ਮੈਂ ਕੁਝ ਕਿਸੇ ਨਾਲ ਗੱਲ ਕਰ ਪਾਉਂਦੀ ਸੀ, ਨਾ ਮੈਂ ਆਪਣੇ ਕੰਗੀ ਕਰ ਪਾਉਂਦੀ ਸੀ। ਮਤਲਬ ਮੇਰੀ ਲਾਈਫ ਇੱਦਾਂ ਸੀ ਕਿ ਮੈਂ ਸਾਰਾ ਦਿਨ ਰੋਂਦੀ ਸੀ ਔਰ ਆਪਣੇ ਮੰਮਾ ਨੂੰ ਫੋਨ ਕਰਦੀ ਸੀ। ਮੇਰੀ ਫਰੈਂਡ ਆ ਬਿੱਟੀ ਹੁਸ਼ਿਆਰਪੁਰ ਤੋਂ, ਮੇਰੀ ਫਰੈਂਡ ਹੈਗੀ ਇੱਥੇ ਸਿਡਨੀ ਰਹਿੰਦੀ ਹੈ, ਰਵਨੀਤ। ਲਾਈਕ ਮੈਂ 2-3 ਬੰਦੇ ਸੀਗੇ ਜਿਨ੍ਹਾਂ ਨਾਲ ਮੈਂ ਆਪਣੇ ਦਿਲ ਦੀ ਗੱਲ ਸ਼ੇਅਰ ਕਰਦੀ ਸੀ। ਦਿਲ ਦੀ ਗੱਲ ਨਹੀਂ ਸ਼ੇਅਰ ਕਰਦੀ ਸੀ, ਬਸ ਰੋਂਦੀ ਸੀ ਕਿ ਮੈਂ ਕਦ ਠੀਕ ਹੋਊਂਗੀ, ਮੈਂ ਕਦ ਠੀਕ ਹੋਊਂਗੀ। ਬਹੁਤ ਪਰੇਸ਼ਾਨੀ ਹੋਈ, ਬਹੁਤ ਮੈਂਟਲੀ ਸਟ੍ਰੈਸ ਆਊਟ ਹੋਇਆ ਸਾਰਾ ਕੁਝ। ਫਿਰ ਡਾਕਟਰ ਨੇ ਮੈਨੂੰ ਸਾਈਕੋਲੋਜਿਸਟ ਕੋਲ ਭੇਜਿਆ। ਉਹ ਕਹਿੰਦੇ ਕਿ ਅਸੀਂ ਐਕਚੁਅਲੀ ਜਾਣਨਾ ਚਾਹੁੰਦੇ ਹਾਂ ਕਿ ਤੇਰੇ ਨਾਲ ਇਹ ਕਿਉਂ ਹੋ ਰਿਹਾ। ਸਾਈਕੋਲੋਜਿਸਟ ਨੇ ਮੇਰੇ 2 ਸੈਸ਼ਨ ਹੋਏ ਐਂਡ ਉਹਨੇ ਮੈਨੂੰ ਜੋ ਵੀ ਗੱਲਾਂ ਬਾਤਾਂ ਕੀਤੀਆਂ ਹੈ ਨਾ, ਸਾਈਕੋਲੋਜਿਸਟ, ਸਾਈਕੈਟ੍ਰਿਕ, ਉਹਨਾਂ ਨੇ ਫਿਰ ਐਂਡ 'ਚ ਮੈਨੂੰ ਇਹੀ ਕਿਹਾ ਕਿ ਰੂਹੀ, ਤੇਰੇ ਫਾਦਰ ਦਾ ਇੱਕ ਡ੍ਰੀਮ ਆ, ਉਹ ਤੂੰ ਭੁੱਲ ਗਈ ਆ ਜਾਂ ਪੂਰਾ ਨਹੀਂ ਹੋ ਪਾਇਆ, ਉਹ ਤੈਨੂੰ ਪੂਰਾ ਤੈਨੂੰ ਕਰਨਾ ਪੈਣਾ, ਉਸ ਤੋਂ ਬਾਅਦ ਤੂੰ ਠੀਕ ਹੋ ਸਕਦੀ ਆ। ਦੈਨ ਮੈਂ ਫਿਰ ਡਾਕਟਰ ਕੋ ਗਈ ਦੁਬਾਰਾ। ਡਾਕਟਰ ਨੇ ਮੈਨੂੰ ਕਿਹਾ ਕਿ ਦੇਖ, ਇੱਥੇ ਪੁਲਿਸ ਆਫਿਸਰ ਇੱਥੇ ਬਣਨਾ, ਇਫ ਯੂ ਵਾਂਟ ਟੂ ਯੂ ਕੈਨ ਡੂ ਇਟ, ਬਟ ਜਿੱਦਾਂ ਤੇਰਾ ਐਥਲੈਟਿਕ ਬੈਕਗਰਾਊਂਡ ਆ, ਕਿ ਮੈਂ ਚਾਹੁੰਦਾ ਕਿ ਤੂੰ ਜਿਮ ਇੰਡਸਟਰੀ ਜੁਆਇਨ ਕਰੇ, ਕਿਉਂਕਿ ਤੇਰਾ ਮੈਂਟਲ ਡਿਪਰੈਸ਼ਨ ਹੈਗਾ, ਮੈਂਟਲ ਇਲਨੈਸ ਆਈ ਆ, ਉਹ ਉਹਦੇ ਨਾਲ ਠੀਕ ਹੋਣੀ ਆ। ਫਿਰ ਮੈਂ ਆਪਣੇ ਬੇਟੇ ਤੋਂ ਬਾਅਦ ਐਕਚੁਅਲੀ ਜਦੋਂ ਬੇਟਾ ਹੋਇਆ ਮੇਰਾ, ਉਸ ਤੋਂ ਬਾਅਦ ਮੇਰੇ ਪੋਸਟਮਾਰਟਮ ਡਿਪਰੈਸ਼ਨ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ। ਜਦੋਂ ਪੋਸਟਮਾਰਟਮ ਸ਼ੁਰੂ ਹੋਇਆ ਤਾਂ ਮੈਨੂੰ ਇੱਦਾਂ ਸੀਗਾ ਕਿ ਮੈਂ ਹੈਵ ਟੂ ਗੋ ਔਨ ਮੈਡੀਕੇਸ਼ਨ। ਕਿਉਂਕਿ ਮੈਂ ਆਪਣੇ ਬੱਚੇ ਮੈਨੂੰ ਕਦੇ ਵੀ ਸੁਸਾਈਡਲ ਨਹੀਂ ਲੱਗਾ ਆਪਣਾ ਡਿਪਰੈਸ਼ਨ। ਮੈਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਮੈਂ ਠੀਕ ਹੋਣਾ, ਮੈਂ ਆਪਣੇ ਡੈਡੀ ਦਾ ਡ੍ਰੀਮ ਪੂਰਾ ਕਰਨਾ, ਮੈਂ ਆਪਣੇ ਬੱਚੇ ਨੂੰ ਪੜ੍ਹਾ ਲਿਖਾਉਣਾ, ਵੱਡੇ ਕਰਨਾ। ਇੱਦਾਂ ਜੇ ਮੈਂ ਚਲੀ ਜਾਊਂਗੀ ਇਹਨਾਂ ਨੂੰ ਕੌਣ ਦੇਖੂਗਾ। ਸੋ ਉਹ ਫਿਰ ਮੈਨੂੰ ਡਾਕਟਰ ਨੇ ਕਿਹਾ ਕਿ ਤੂੰ ਜਿਮ ਜੁਆਇਨ ਕਰ। ਪਰ ਜਿਮ ਜੁਆਇਨ ਕਰਨ ਤੋਂ ਪਹਿਲਾਂ ਜਦੋਂ ਮੈਂ ਮੈਡੀਕੇਸ਼ਨ ਲੈ ਰਹੀ ਸੀ, ਮਤਲਬ ਉਸ ਮੈਡੀਕੇਸ਼ਨ ਦੇ ਨਾਲ ਤੁਹਾਨੂੰ ਸਾਈਡ ਇਫੈਕਟ ਹੋਇਆ ਮੈਨੂੰ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰਾ ਡਿਪਰੈਸ਼ਨ ਹੋਰ ਵਧਣਾ। ਲਾਈਕ ਥੋੜ੍ਹੇ ਦਿਨ ਤਾਂ ਬਹੁਤ ਪ੍ਰੋਬਲਮ ਰਹੀ ਮੈਨੂੰ, ਬਹੁਤ ਜ਼ਿਆਦਾ। ਮਤਲਬ ਜਦੋਂ ਸਾਡੀ ਫੈਮਿਲੀ 'ਚ ਬੇਟਾ ਬਹੁਤ ਟਾਈਮ ਬਾਅਦ ਹੋਇਆ ਸੀ ਐਂਡ ਮੈਨੂੰ ਫੋਨ ਕਾਲਸ ਆਉਂਦੇ ਸੀਗੇ। ਮੈਂ ਪੂਰੇ 6 months ਨਾ ਤਾਂ ਆਪਣੇ ਬੇਟੇ ਨੂੰ ਇੰਜੋਏ ਕੀਤਾ, ਨਾ ਕੋਈ ਮੈਂ ਫੋਨ ਕਾਲ ਅਟੈਂਡ ਕੀਤਾ। ਬਸ ਮੈਂ ਜਸਟ ਹੱਸਦੀ ਸੀ, ਪ੍ਰੀਟੈਂਡਿੰਗ। ਜਦੋਂ ਮੇਰੀ ਮੈਡੀਕੇਸ਼ਨ ਸ਼ੁਰੂ ਹੋਈ, ਮੈਂ ਥੋੜੀ ਠੀਕ ਹੋਣੀ ਸ਼ੁਰੂ ਹੋ ਗਈ ਸੀ। ਲਾਈਕ ਥੋੜਾ ਜਿਹਾ ਮੈਨੂੰ ਆਪਣਾ ਆਪ ਲੱਗਣਾ ਸ਼ੁਰੂ ਹੋ ਗਿਆ ਸੀ, ਆਮ ਬੈਕ। ਬਟ ਜਦੋਂ ਹੌਲੀ ਹੌਲੀ ਚਲੋ ਮੈਡੀਕੇਸ਼ਨ ਨੇ ਮੈਨੂੰ ਮਤਲਬ ਆਈ ਕੇਮ ਇਨ ਟੂ ਮਾਈ ਸੈਲਫ। ਮੇਬੀ ਮੈਂ ਹਰ ਵੇਲੇ ਦਿਮਾਗ 'ਚ ਇਹ ਸੋਚਦੀ ਸੀ ਕਿ ਨਹੀਂ ਰੂਹੀ, ਤੂੰ ਠੀਕ ਹੋਣਾ, ਤੂੰ ਇੱਦਾਂ ਨਹੀਂ ਜਾ ਸਕਦੀ। ਜੇ ਤੂੰ ਇੱਦਾਂ ਗਈ ਤਾਂ ਤੈਨੂੰ ਸਾਰਿਆਂ ਨੇ ਕਹਿਣਾ ਕਿ ਇਹ ਕੁੜੀ ਇੱਦਾਂ ਹੀ ਚਲੀ ਗਈ, ਡਿਪਰੈਸ਼ਨ ਨਾਲ ਮਰ ਗਈ, ਔਰ ਮੇਰੇ ਫਾਦਰ ਕੀ ਸੋਚੂਗੇ। ਇਹੀ ਚੀਜ਼ ਮੇਰੇ ਦਿਮਾਗ 'ਚ ਆਉਂਦੀ ਰਹੀ। ਫਿਰ ਮੈਂ ਜਿਮ ਜੁਆਇਨ ਕੀਤਾ ਹੌਲੀ ਹੌਲੀ ਐਂਡ ਉੱਥੇ ਫਿਰ ਮੈਨੂੰ ਮੇਰੀ ਇੱਕ ਕੋਰਿੰਗ ਇੰਸਟਰਕਟਰ ਸੀਗੀ, ਉਹਨੇ ਮੈਨੂੰ ਕਿਹਾ ਕਿ ਰੂਹੀ, ਤੈਨੂੰ ਜੇ ਇੱਦਾਂ ਲੱਗਦਾ ਆ ਕਿ ਤੂੰ ਇਹ ਇੰਡਸਟਰੀ ਜੁਆਇਨ ਕਰਨੀ ਹੈ, ਤੂੰ ਇਹ ਕੋਰਸ ਸ਼ੁਰੂ ਕਰ ਦੇ ਕਰਨਾ। ਫਿਰ ਮੈਂ ਕੋਰਸ ਸ਼ੁਰੂ ਕੀਤਾ। ਇਵੈਂਚੁਅਲੀ ਹੌਲੀ ਕਰਕੇ ਕੋਰਸ ਮੇਰਾ ਪੂਰਾ ਹੋਇਆ। ਜਦੋਂ ਮੇਰਾ ਕੋਰਸ ਪੂਰਾ ਹੋਇਆ ਤਾਂ ਫਿਰ ਮੈਂ ਕਾਮਾ ਭਾਜੀ ਆ, ਸਾਰੇ ਜਾਣਦੇ ਉਹਨਾਂ ਨੂੰ, ਵੈਲ ਨੋਨ ਪਰਸਨੈਲਿਟੀ। ਮੈਂ ਉਹਨਾਂ ਦੇ ਜਿਮ 'ਚ ਇੱਕ ਮੈਸੇਜ ਛੱਡਿਆ ਸੀ, ਲਾਈਕ ਵੀ ਜੇ ਤੁਹਾਨੂੰ ਕੋਈ ਵੈਕੈਂਸੀ ਚਾਹੀਦੀ ਆ ਤਾਂ ਮੈਂ ਆਮ ਅਵੇਲੇਬਲ ਐਜ਼ ਅ ਇੰਸਟਰਕਟਰ। ਉਦੋਂ ਮੇਰਾ ਸਰਟੀਫਿਕੇਟ 3 ਪੂਰਾ ਹੋਇਆ ਸੀ, ਮੈਂ ਟ੍ਰੇਨਰ ਨਹੀਂ ਬਣੀ ਸੀ ਉਦੋਂ। ਉਹਨਾਂ ਨੇ ਮੈਨੂੰ ਜਿੱਦਾਂ ਹੀ ਮੈਂ ਮੈਸੇਜ ਛੱਡਿਆ ਤਾਂ ਮੇਬੀ ਲੱਕੀਲੀ ਉਹਨਾਂ ਨੂੰ ਇੰਸਟਰਕਟਰ ਚਾਹੀਦਾ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਕੱਲ੍ਹ ਨੂੰ ਆ ਕੇ ਮਿਲੋ। ਮੈਂ ਉੱਥੇ ਗਈ। ਮੈਂ ਕਾਮਾ ਭਾਜੀ ਨੂੰ ਪਹਿਲਾਂ ਕਦੀ ਨਹੀਂ ਮਿਲੀ ਸੀਗੀ। ਮੈਂ ਉੱਥੇ ਗਈ, ਉਹਨਾਂ ਨੂੰ ਮਿਲੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਸਟ੍ਰੇਟ ਅਵੇ ਤੁਸੀਂ ਜੁਆਇਨ ਕਰੋ, ਵੀ ਵੁੱਡ ਲਾਈਕ ਟੂ ਹੈਵ ਯੂ। ਸੋ ਉਹ ਉੱਥੋਂ ਫਿਰ ਮੇਰੀ ਫਸਟ ਜੌਬ ਸ਼ੁਰੂ ਹੋਈ। ਮੈਂ ਇੰਸਟਰਕਟਰ ਸੀਗੀ, ਮੈਂ ਹਿੱਟ ਦੀ ਕਲਾਸ ਲੈਂਦੀ ਸੀਗੀ ਐਂਡ ਜਦੋਂ ਮੈਂ ਉੱਥੇ ਜਾਂਦੀ ਸੀ, ਕਾਮਾ ਭਾਜੀ ਦੀਆਂ ਬਹੁਤ ਗੁੱਡ ਵਾਈਬਸ ਆਉਂਦੀਆਂ ਸੀਗੀਆਂ। ਮਤਲਬ ਬਹੁਤ ਜ਼ਿਆਦਾ ਡਾਊਨ ਟੂ ਅਰਥ ਪਰਸਨ, ਬਹੁਤ ਹੀ ਇੱਕ ਸ਼ਾਨਦਾਰ ਪਰਸਨੈਲਿਟੀ। ਉਹਨਾਂ 'ਚ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਤੁਹਾਨੂੰ ਆਪ ਨੂੰ ਇੱਦਾਂ ਫੀਲ ਹੁੰਦਾ ਕਿ ਯੈਸ, ਭਾਜੀ ਵਰਗਾ ਬਣਨਾ ਚਾਹੀਦਾ। ਸੋ ਐਵਰੀਡੇ ਜਾਣ ਦੇ ਨਾਲ ਭਾਜੀ ਦੀਆਂ ਬੋਡੀ ਬਿਲਡਿੰਗ ਦੀਆਂ ਗੱਲਾਂ, ਭਾਜੀ ਦਾ ਜੋ ਉਹਨਾਂ ਦਾ ਉੱਥੇ ਚੱਲਦਾ ਸੀ, ਸੋ ਆਈ ਗੋਟ ਵੈਰੀ ਇੰਸਪਾਇਰਡ ਫਰੋਮ ਹਿਮ। ਲਾਈਕ ਬਹੁਤ ਜ਼ਿਆਦਾ ਮੈਨੂੰ ਇੰਸਪੀਰੇਸ਼ਨ, ਕਿਉਂਕਿ ਭਾਜੀ ਖੁਦ ਇਸ ਡਿਪਰੈਸ਼ਨ ਦਾ ਸ਼ਿਕਾਰ ਰਹਿ ਚੁੱਕੇ ਨਾ। ਤਾਂ ਭਾਜੀ ਹਮੇਸ਼ਾ ਇੱਕ ਪੋਜ਼ੀਟਿਵ ਮੈਸੇਜ ਛੱਡ ਦਿੰਦੇ ਸੀ ਕਿ ਲੁੱਕ ਆਫਟਰ ਯੋਰਸੈਲਫ, ਆਪਣੇ ਆਪ ਨੂੰ। ਲੇਡੀਜ਼ ਨੂੰ ਸਪੈਸ਼ਲੀ ਉਹ ਹਮੇਸ਼ਾ ਇੱਕ ਗੁੱਡ ਮੈਸੇਜ ਦਿੰਦੇ ਆ ਕਿ ਤੁਹਾਨੂੰ ਆਪਣੇ ਆਪ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਸੋ ਕਾਮਾ ਭਾਜੀ ਇਜ਼ ਮਾਈ ਇੰਸਪੀਰੇਸ਼ਨ। ਡੈਡ ਦਾ ਡ੍ਰੀਮ ਮੈਂ ਪੂਰਾ ਕਰਨਾ ਸੀ। ਮੈਨੂੰ ਲੱਗਦਾ ਸ਼ਾਇਦ ਕਾਮਾ ਭਾਜੀ ਨੇ ਉਸ ਡ੍ਰੀਮ ਨੂੰ ਮੈਨੂੰ ਇੱਕ ਰਸਤਾ ਦਿਖਾਉਣਾ ਸੀ, ਜੋ ਮੈਂ ਸ਼ੁਰੂਆਤ ਕੀਤੀ ਉੱਥੋਂ। ਦੈਨ
ਕਾਮਾ ਭਾਜੀ ਬਹੁਤ ਬਿਜ਼ੀ ਹੋਣ ਕਾਰਨ ਮੇਰਾ ਜਿਹੜਾ ਕੋਚ ਸੀਗਾ ਉਹ ਬੈਨ ਹਾਈਟਨ, ਉਹ ਦੂਸਰੇ ਜਿਮ 'ਚ ਸੀਗਾ ਜਿੱਥੇ ਮੈਂ ਪਹਿਲਾਂ ਜਿਮ 'ਚ ਆਪਣੀ ਨਾਰਮਲ ਟ੍ਰੇਨਿੰਗ ਕਰਦੀ ਹੁੰਦੀ ਸੀਗੀ। ਸੋ ਮੈਂ ਫਿਰ ਉਹਨਾਂ ਟ੍ਰੇਨਿੰਗ ਸ਼ੁਰੂ ਕੀਤੀ। ਭਾਜੀ ਕਹਿੰਦੇ ਕਿ ਯੈਸ ਤੁਸੀਂ ਟ੍ਰੇਨਿੰਗ ਸ਼ੁਰੂ ਕਰੋ ਉਹਦੇ ਨਾਲ, ਬਿਕੋਜ਼ ਐਟ ਦ ਮੀਨ ਟਾਈਮ ਭਾਜੀ ਵਾਸ ਵੈਰੀ ਬਿਜ਼ੀ। ਫਿਰ ਉਹਨਾਂ ਮੈਂ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ ਐਂਡ ਟ੍ਰੇਨਿੰਗ ਤੋਂ ਬਾਅਦ ਫਿਰ ਮੈਨੂੰ ਲੱਗਾ ਕਿ ਮੈਂ ਭਾਜੀ ਨੂੰ ਪੁੱਛਿਆ ਕਾਮਾ ਭਾਜੀ ਕਿ ਮੈਂ ਕੈਨ ਆਈ ਡੂ ਬੋਡੀ ਬਿਲਡਿੰਗ ਹੈ ਨਾ, ਮੈਂ ਕੁਝ ਕਰ ਸਕਦੀ? ਭਾਜੀ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਕਰ ਸਕਦੇ ਆ। ਉਸ ਤੋਂ ਬਾਅਦ ਫਿਰ ਮੇਰਾ ਸ਼ੁਰੂਆਤ ਹੋਇਆ ਮੇਰੀ ਬੋਡੀ ਬਿਲਡਿੰਗ ਦਾ ਐਂਡ ਦੈਨ ਇਟ ਸਟਾਰਟਡ ਲਾਈਕ ਫਿਰ ਮੈਂ ਆਪਣੇ ਜਿਹੜੇ ਦੂਸਰਾ ਕੋਚ ਸੀਗਾ ਬੈਨ ਹਾਈਟਿੰਗ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦਾ ਕਿ ਠੀਕ ਆ ਲਾਈਕ ਫਿਰ ਉਹਨੇ ਇੱਕ ਸਪੈਸੀਫਿਕ ਡਾਈਟ ਪਲਾਨ, ਸਪੈਸੀਫਿਕ ਤੁਹਾਡਾ ਟ੍ਰੇਨਿੰਗ ਪਲਾਨ। ਉਦੋਂ ਫਿਰ ਮੈਂ ਆਪਣਾ ਸਰਟ 4 ਵੀ ਪੂਰਾ ਕਰ ਲਿਆ ਸੀ ਐਂਡ ਦੈਨ ਫਿਰ ਮੈਂ ਐਜ਼ ਅ ਟ੍ਰੇਨਰ ਵੀ ਕੰਮ ਕਰਨਾ ਸ਼ੁਰੂ ਕਰਤਾ, ਕਾਮਾ ਜਿਮ 'ਚ ਵੀ ਐਂਡ ਡੇਅਰੀਮੈਟ 24/7 ਖੇਡਣਾ ਉੱਥੇ ਵੀ ਕਰਤਾ। ਤਦ ਜਦੋਂ ਮੈਂ ਆਪਣੀ ਟ੍ਰੇਨਿੰਗ ਸੈਸ਼ਨ ਸ਼ੁਰੂ ਕੀਤਾ ਬੀਇੰਗ ਮੈਂ ਕੰਪੀਟ ਕਰਨਾ ਐਜ਼ ਅ ਬੋਡੀ ਬਿਲਡਰ, ਐਜ਼ ਅ ਸਪੋਰਟਸ ਮਾਡਲ, ਉਸ ਟਾਈਮ ਮੇਰੇ ਬੱਚੇ ਸਕੂਲ ਉਹਨਾਂ ਦੀ ਸਵਿਮਿੰਗ, ਉਹਨਾਂ ਦੇ ਕਰਾਟੇ, ਉਹਨਾਂ ਦੀ ਗਿੱਧਾ ਕਲਾਸ, ਮਤਲਬ ਮੈਂ ਉਹਨਾਂ ਨੂੰ ਛੱਡਣਾ ਚੱਕਣਾ ਰੱਖਣਾ ਸਕੂਲ ਦੇ ਟਾਈਮ 'ਤੇ ਮੈਂ ਆਪਣਾ ਕੰਮ ਬੰਦ ਕਰਨਾ, ਆਪਣੀ ਅਰਲੀ ਮਾਰਨਿੰਗ ਟ੍ਰੇਨਿੰਗ ਕਰਨੀ 5 ਵਜੇ ਨਾਲ ਆਪਣੇ ਟ੍ਰੇਨਰ ਦੇ ਨਾਲ। ਸੋ ਟ੍ਰੇਨਿੰਗ ਬਹੁਤ ਹਾਰਡ ਸੀ, ਪਲੱਸ ਤੁਹਾਡਾ ਡਾਈਟ ਬਹੁਤ ਕਲੀਨ ਹੋਣੀ ਚਾਹੀਦੀ। ਤੁਸੀਂ ਇੱਕ ਵੀ ਚੀਟ ਮੀਲ ਨਹੀਂ ਕਰ ਸਕਦੇ, ਲਾਈਕ ਜੋ ਵੀ ਤੁਹਾਡੇ ਡਾਈਟ ਦੇ ਵਿੱਚ ਸੀਗਾ ਐਗਜ਼ੈਕਟਲੀ ਉਹੀ ਖਾਣਾ ਹੁੰਦਾ ਸੀ। ਰਾਤ ਨੂੰ ਟਾਈਮ 'ਤੇ ਸੌਣਾ ਹੁੰਦਾ ਸੀ। ਸੋ ਮਤਲਬ ਇਟ ਵਾਸ ਨੋਟ ਈਜ਼ੀ, ਬਟ ਬਿਕੋਜ਼ ਮੇਰੇ ਦਿਮਾਗ 'ਚ ਇੱਕ ਗੱਲ ਆ ਗਈ ਸੀ ਜੋ ਕਾਮੇ ਭਾਈ ਨੇ ਕਹੀ, ਜੋ ਮੇਰੇ ਟ੍ਰੇਨਰ ਨੇ ਕਹੀ, ਜੋ ਮੇਰੇ ਡਾਕਟਰ ਨੇ ਕਹੀ, ਜੋ ਮੇਰੇ ਸਾਈਕੋਲੋਜਿਸਟ ਨੇ ਕਹੀ ਕਿ ਤੈਨੂੰ ਆਪਣੇ ਡੈਡ ਦਾ ਡ੍ਰੀਮ ਪੂਰਾ ਕਰਨਾ ਆ, ਹੈ ਨਾ। ਸੋ ਸ਼ਾਇਦ ਉਹ ਜਿਹੜੀ ਸੀਗੀ ਮੇਰੀ ਬ੍ਰੇਨ ਦੇ ਵਿੱਚ ਗੱਲ ਨਾ, ਫਿਰ ਮੈਂ ਉਹਨੂੰ ਆਈ ਥਿੰਕ ਉਹਦੇ ਕਰਕੇ ਸ਼ਾਇਦ ਮੈਂ ਇੰਨੀ ਪੋਜ਼ੀਟਿਵ ਹੋ ਗਈ। ਦੈਨ ਉਸ ਤੋਂ ਬਾਅਦ 20 ਮੇਰਾ ਪਹਿਲਾ ਫਸਟ ਕੰਪੀਟੀਸ਼ਨ ਸੀਗਾ ਫਿਰ ਅਪ੍ਰੈਲ ਦੇ ਵਿੱਚ 2021 ਦੇ ਵਿੱਚ, ਯੈਸ ਉਹ ਮੈਂ ਕੀਤਾ ਐਂਡ ਉਹਦੇ 'ਚ ਮੇਰੇ ਲਾਈਕ ਸੈਵਰਲ ਕੈਟੇਗਰੀਜ਼ ਸੀਗੀਆਂ। ਸਪੋਰਟਸ ਮਾਡਲ ਮੈਂ ਸਿਰਫ ਸਪੋਰਟਸ ਮਾਡਲ ਕੈਟੇਗਰੀ ਕੀਤੀ ਸੀ। ਉਹਦੇ ਵਿੱਚ ਸੀਗਾ ਨੋ ਵੌਇਸ ਹੁੰਦਾ ਕਿ ਫਸਟ ਟਾਈਮਰ ਸੀਗਾ, ਫਿਰ ਮੇਰਾ 30+ ਹੁੰਦੀ ਕੈਟੇਗਰੀ, ਦੈਨ ਸੀਗਾ ਨੋ ਵੌਇਸ ਸੀਗਾ and I got second place in no voice and first time it's मेरी third place आई। then ਉਸ ਤੋਂ ਬਾਅਦ mums category ਹੁੰਦੀ ਆ, ਉਹਦੇ 'ਚ ਮੇਰੀ 4th ਆਈ। so I had various categories in that and ਉਹ but ਜਦੋਂ ਮੈਂ stage ਤੇ ਗਈ, ਜਦੋਂ ਮੈਂ first time ਮੈਂ ਸਟੈਪ ਕੀਤਾ ਸਟੇਜ ਤੇ, ਇਟ ਵਾਸ ਵੈਰੀ ਡਿਫਰੈਂਟ ਐਕਸਪੀਰੀਅੰਸ ਕਿਉਂਕਿ ਆਪਾਂ ਕਦੀ ਬੋਡੀ ਬਿਲਡਿੰਗ ਇੰਡੀਆ 'ਚ ਵੀ ਵੀ ਈਵਨ ਨਾਟ ਇਵਨ ਥਾਟ ਅਬਾਊਟ ਇਟ। ਬਟ ਜਦੋਂ ਮੇਰਾ ਪਹਿਲਾ ਮੈਡਲ ਆਇਆ ਦੈਨ ਮੈਨੂੰ ਲੱਗਾ ਕਿ ਸ਼ਾਇਦ ਮੈਂ ਆਪਣੇ ਡੈਡ ਦਾ ਡ੍ਰੀਮ ਪੂਰਾ ਕਰ ਦਿੱਤਾ। ਹੁਣ ਜੇ ਮੈਂ ਕੱਲ੍ਹ ਵੀ ਮਰ ਜਾਂ ਤਾਂ ਮੈਨੂੰ ਉਹਦਾ ਕੋਈ ਦੁੱਖ ਨਹੀਂ, ਵੇਅਰਐਵਰ ਹੀ ਇਜ਼ ਹੀ ਵਿਲ ਬੀ ਵੈਰੀ ਹੈਪੀ। ਸੋ ਇਸ ਤਰ੍ਹਾਂ ਮੇਰੀ ਇਹ ਜਰਨੀ ਰਹੀ ਐਂਡ ਉਸ ਤੋਂ ਬਾਅਦ ਹੁਣ ਮੈਂ ਟ੍ਰੇਨਰ ਹਾਂ ਆਪਣੀ ਡੇਅਰੀਮੈਟ ਜਿਮ 'ਚ ਵੀ ਐਂਡ ਕਾਮਾ ਜਿਮ 'ਚ ਵੀ। ਮੈਂ ਉੱਥੇ ਆਪਣੇ ਮੇਰਾ ਜਿਹੜਾ ਮੇਨ ਮੋਟਿਵ ਇਹੀ ਹੈ ਕਿ ਜਦੋਂ ਅਸੀਂ ਇੱਥੇ ਰਹਿੰਦੇ ਹਾਂ ਲਾਈਕ ਵੈਸਟਰਨ ਕੰਟਰੀਜ਼ 'ਚ ਆ ਜਾਂਦੇ ਹਾਂ ਬੇਸਿਕਲੀ, ਬਿਕੋਜ਼ ਅਸੀਂ ਇੰਡੀਆ 'ਚ ਤਾਂ ਕਦੀ ਜਿਮ ਲਾਈਕ ਆਪਣੇ ਟਾਈਮ ਦੇ ਵਿੱਚ ਵੀ ਲੇਡੀਜ਼ ਸਪੈਸ਼ਲੀ ਕਦੀ ਜਿਮ ਨਹੀਂ ਗਈਆਂ ਸੀ। ਸੋ ਮੇਰਾ ਮੋਟਿਵ ਪਰਸਨਲੀ ਮੈਨੂੰ ਇੱਦਾਂ ਲੱਗਦਾ ਕਿ ਮੈਂ ਜਿੰਨੀਆਂ ਵੀ ਪੰਜਾਬੀ ਲੇਡੀਜ਼ ਆ ਉਹਨਾਂ ਨੂੰ ਮੋਟੀਵੇਟ ਕਰਾਂ ਕਿ ਉਹ ਜਿਮ ਆਉਣ। ਆਪਣੀ ਮੈਂਟਲ ਹੈਲਥ, ਕਿਉਂਕਿ ਮੇਰੀ ਜੋ ਮੈਂਟਲ ਹੈਲਥ ਉਹ ਜਿਮ ਜਾਣਾ ਬਹੁਤ ਮੈਂ ਲਾਈਕ ਮੈਂ ਠੀਕ ਹੀ ਹੋ ਗਈ ਨਾ, ਬਿਕੋਜ਼ ਜਦੋਂ ਥੋੜਾ ਹੈਪੀ, ਉਹ ਮੇਰੀ ਹੈਪੀ ਪਲੇਸ ਆ। ਉੱਥੇ ਜਾ ਕੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਲਾਈਕ ਆਮ ਵਾਟ ਮੈਂ ਇਹੀ ਬਣਨਾ ਚਾਹੁੰਦੀ ਸੀ, ਜਾਂ ਮੇਰਾ ਕੁਛ ਇੱਦਾਂ ਦਾ ਹੀ ਕਰੈਕਟਰ ਸੀਗਾ ਕਿ ਮੈਂ ਆਪਣੇ ਆਪ ਨੂੰ ਉਸ ਮਾਹੌਲ 'ਚ ਮੈਂ ਹੈਪੀ ਫੀਲ ਕਰਦੀ ਸੀ ਨਾ। ਜਦੋਂ ਦਾ ਮੈਂ ਆਪਣੇ ਇਹ ਕੰਮ ਸ਼ੁਰੂ ਕੀਤਾ ਮੈਂ ਬਹੁਤ ਲਾਈਕ ਮੇਰਾ ਟੋਟਲ ਟਰਾਂਸਫਰਮੇਸ਼ਨ ਹੋ ਗਿਆ, ਮੇਰੀ ਥਿੰਕਿੰਗ ਦਾ, ਮੇਰੀ ਬੋਡੀ ਦਾ, ਲਾਈਕ ਐਵਰੀਥਿੰਗ ਪੂਰਾ ਸਪੈਸ਼ਲ ਥੈਂਕਸ ਕਰਨਾ ਚਾਹੁੰਦੀ ਹਾਂ ਮੇਰੀ ਫਰੈਂਡ, ਮੇਰੀ ਸਿਸਟਰ ਸੁਖ ਪਰਮਾਰ, ਜਿਹੜੀ ਕਿ ਮੇਰਾ ਹਰ ਟਾਈਮ ਉਹਨੇ ਮੇਰਾ ਸਪੋਰਟ ਕੀਤੀ, ਹਰ ਟਾਈਮ। ਉਹਦਾ ਮੈਂ ਸਪੈਸ਼ਲ ਥੈਂਕਸ ਸੈਪਰੇਟਲੀ ਕਰ ਰਹੀ ਹਾਂ ਬਿਕੋਜ਼ ਸ਼ੀ ਇਜ਼ ਦ ਪਰਸਨ ਜੋ ਕਿ ਇੱਥੇ ਮੈਲਬਨ 'ਚ ਮੇਰੇ ਕੋਲ, ਮੇਰੇ ਘਰ ਦੇ ਥੋੜ੍ਹੇ ਦੂਰ ਹੀ ਰਹਿੰਦੇ ਆ, ਔਰ ਕਦੀ ਵੀ ਕੁਛ ਵੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ
ਅੱਜ ਵੀ ਉਦੋਂ ਦਾ ਸ਼ੀ ਹੈਲਪ ਮੀ ਅਲਾਟ ਹਰ ਚੀਜ਼ ਨਹੀਂ ਰੂਹੀ ਤੂੰ ਕਰ ਸਕਦੀ ਆ ਯੂ ਕੈਨ ਡੂ ਇਟ ਜੇ ਉਹਨੂੰ ਕਿਸੇ ਨੇ ਕਹਿਣਾ ਕਿ ਕਿੰਨੀ ਪਤਲੀ ਹੋ ਗਈ ਹੈ ਰੂਹੀ ਤਾਂ ਉਹ ਬੜਾ ਗੁੱਸੇ 'ਚ ਬੋਲਦੀ ਹੁੰਦੀ ਸੀ ਤੁਹਾਨੂੰ ਪਤਾ ਉਹਦੀ ਕਿੰਨੀ ਹਾਰਡ ਟ੍ਰੇਨਿੰਗ ਆ ਉਹਨੇ ਕਿੰਨੀ ਟ੍ਰੇਨਿੰਗ ਹਾਰਡ ਕੀਤੀ ਆਪਣੇ ਇੱਥੇ ਪਹੁੰਚਣ ਲਈ ਸੋ ਵੈਰੀ ਸਪੈਸ਼ਲ ਥੈਂਕਸ ਟੂ ਹਰ ਜੇ ਆਪਾਂ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਟ੍ਰੇਨਿੰਗ ਦੇ ਵਿੱਚ ਮੇਰੀ ਅਰਲੀ ਮਾਰਨਿੰਗ ਸੈਸ਼ਨ ਹੁੰਦਾ ਸੀ 1 ਘੰਟੇ ਦਾ ਆਪਣੇ ਟ੍ਰੇਨਰ ਦੇ ਨਾਲ ਐਂਡ ਉਹਦੇ ਵਿੱਚ ਬਹੁਤ ਹਾਈ ਇੰਟੈਂਸਿਟੀ ਟ੍ਰੇਨਿੰਗ ਜਿਹੜੀ ਸੀਗੀ ਉਹ ਕੀਤੀ ਜਾਂਦੀ ਸੀ ਜਿੱਦਾਂ ਲਾਈਕ ਸਕੁਆਟਸ ਆਪਾਂ ਕਰਦੇ ਹਾਂ ਰਾਈਟ ਸਕੁਆਟਸ ਲੰਜਿਸ ਐਂਡ ਲੰਜਿਸ ਇੱਦਾਂ ਹੁੰਦੇ ਸੀ ਕਿ ਮੈਂ ਇੱਕ ਦਿਨ ਦੇ ਵਿੱਚ ਕਦੀ 200 ਲੰਜਿਸ ਵੀ ਮੈਂ ਕਰਦੀ ਸੀ ਐਂਡ ਮੈਂ ਸਕਿਪਿੰਗ ਰੱਸੀ ਟੱਪੀ ਹੈ ਬਹੁਤ ਜ਼ਿਆਦਾ ਸਕੁਆਟ ਜੰਪਸ ਐਂਡ ਲੰਜ ਜੰਪਸ ਮੈਂ ਬਹੁਤ ਜ਼ਿਆਦਾ ਕੀਤੇ ਲਾਈਕ ਮੈਨੂੰ ਦਿਨ ਦੇ ਮੇਰਾ ਕੋਚ ਮੈਨੂੰ 200 250 300 ਇਵਨ 400 ਉਹ ਵੀ ਕੀਤਾ ਹੋਇਆ ਫਿਰ ਮੇਰੇ ਜਿਹੜਾ ਵਾਕਿੰਗ ਸਟੈਪਸ ਹੁੰਦੇ ਸੀ ਮੇਰੇ ਵਾਕਿੰਗ ਸਟੈਪਸ 30,000 ਸਟੈਪਸ ਮੇਰੇ ਪਰ ਡੇ ਦੇ ਹੋਣੇ ਜ਼ਰੂਰੀ ਸੀਗੇ 30,000 ਸਟੈਪਸ ਸੋ ਮੈਂ ਉਹ ਕਰਦੀ ਸੀ ਉਹ ਇਹ ਜਿੰਨਾ ਵੀ ਮੇਰਾ ਵਰਕਆਊਟ ਸੀਗਾ ਇਹ ਮੈਂ ਘਰ ਦਾ ਰੋਟੀ ਪਾਣੀ ਆਪਣੇ ਹਸਬੈਂਡ ਦਾ ਖਿਆਲ ਆਪਣੇ ਹਸਬੈਂਡ ਦਾ ਰੋਟੀ ਪਾਣੀ ਆਪਣੇ ਬੱਚਿਆਂ ਨੂੰ ਸਕੂਲ ਚੱਕਣਾ ਛੱਡਣਾ ਬੱਚਿਆਂ ਨੂੰ ਸਵਿਮਿੰਗ ਚੱਕਣਾ ਛੱਡਣਾ ਹੈ ਨਾ ਐਂਡ ਉਹਨਾਂ ਦੇ ਕਰਾਟੇ ਉਹਨਾਂ ਦੀਆਂ ਭੰਗੜਾ ਗਿੱਧਾ ਕਲਾਸ ਪੰਜਾਬੀ ਕਲਾਸ ਇਸ ਦੌਰਾਨ ਮੈਂ ਇੱਕ ਦਿਨ ਦੇ ਵਿੱਚ ਇੰਨਾ ਕੰਮ ਮੈਂ ਕਰਦੀ ਸੀ ਮਤਲਬ ਕਿਉਂਕਿ ਕੰਮ ਆਪਣੀ ਜੌਬ ਵੀ ਕਰਦੀ ਸੀ ਮੈਂ ਸੋ ਬਿਕੋਜ਼ ਮੈਂ ਇੰਜੋਏ ਕਰਦੀ ਸੀ ਬਿਕੋਜ਼ ਮੈਨੂੰ ਲੱਗਦਾ ਸੀ ਕਿ ਮੈਂ ਆਈ ਵਾਂਟ ਟੂ ਡੂ ਸਮਥਿੰਗ ਡਿਫਰੈਂਟ ਜੋ ਕਿ ਮੇਰੇ ਡੈਡੀ ਕਹਿੰਦੇ ਸੀਗੇ ਸੋ ਇਸ ਕਰਕੇ ਮੈਨੂੰ ਬਹੁਤ ਇੰਜੋਏ ਕੀਤਾ ਲਾਈਕ ਈਚ ਜਿੰਨਾ ਵੀ ਮੇਰਾ ਕੰਪੀਟੀਸ਼ਨ ਪ੍ਰੈਪ ਸੀਗਾ ਮੇਰਾ ਬਹੁਤ ਇੰਜੋਏਬਲ ਰਿਹਾ ਐਂਡ ਯੈਸ ਮਾਈ ਟ੍ਰੇਨਿੰਗ ਵਾਸ ਵੈਰੀ ਹਾਰਡਕੋਰ ਐਂਡ ਆਮ ਐਬਸੋਲੂਟਲੀ ਨੈਚੁਰਲ ਬੋਡੀ ਬਿਲਡਰ ਜਦੋਂ ਮੈਂ ਇੱਕ ਚੀਜ਼ ਮੈਂਸ਼ਨ ਕਰਨਾ ਚਾਹੁੰਦੀ ਜਦੋਂ ਮੈਂ ਬੋਡੀ ਬਿਲਡਿੰਗ ਆਪਣੀ ਜਦੋਂ ਮੈਂ ਰਨਰ ਅਪ ਰਹੀ ਤਾਂ ਮੈਨੂੰ ਕਈਆਂ ਨੇ ਪੁੱਛਿਆ ਕਿ ਤੁਸੀਂ ਕੀ ਯੂਜ਼ ਕੀਤਾ ਸੋ ਓਨੈਸਟਲੀ ਮੈਂ ਪ੍ਰੋਟੀਨ ਵੀ ਨਹੀਂ ਲਿਆ ਸੀ ਜਦੋਂ ਮੈਂ ਆਪਣੀ ਬੋਡੀ ਬਿਲਡਿੰਗ ਕੀਤੀ ਸੀਗੀ ਮੈਂ ਪਿਓਰਲੀ ਟਰੂਲੀ ਲਾਈਕ ਕਲੀਨ ਡਾਇਟ ਐਬਸੋਲੂਟ ਕਲੀਨ ਡਾਇਟ ਐਂਡ ਮੈਂ ਇੰਟਰਮਿਟੈਂਟ ਫਾਸਟਿੰਗ ਕੀਤੀ ਸੀ ਜਦੋਂ ਮੈਂ ਆਪਣੀ ਜਦੋਂ ਇਹ ਮੇਰਾ ਕੰਪੀਟੀਸ਼ਨ ਚੱਲਿਆ ਸੀ ਸੋ ਆਮ ਐਬਸੋਲੂਟਲੀ ਨੈਚੁਰਲ yes because I did 200 to 400 lunges squat jumps lunge jumps more leg training upper body so ਇਸ ਕਰਕੇ ਸ਼ਾਇਦ I did well and yes ਮੈਂ ਆਪਣੀ ਸਾਰੀਆਂ ਭੈਣਾਂ ਨੂੰ ਆਪਣੇ ਵੱਲੋਂ ਜਾਂ ਹੋਰ ਵੀ ਜਿੰਨੀ ਟ੍ਰੇਨਰਸ ਨੇ ਪੰਜਾਬ ਦੀਆਂ ਕੁੜੀਆਂ ਜਿੰਨੀਆਂ ਵੀ ਟ੍ਰੇਨਰਸ ਨੇ ਉਹਨਾਂ ਸਾਰਿਆਂ ਵੱਲੋਂ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਆਪ ਨੂੰ ਵਿਮਨ ਐਮਪਾਵਰਮੈਂਟ ਅਸੀਂ ਕਹਿੰਦੇ ਹਾਂ ਅਸੀਂ ਵਿਮਨ ਪਾਵਰ ਹਾਂ ਰਾਈਟ ਅਸੀਂ ਲਾਈਕ ਮੈਂ ਨਹੀਂ ਕਦੀ ਸੋਚਿਆ ਸੀ ਕਿ ਮੈਂ ਸਟੇਜ 'ਤੇ ਜਾ ਕੇ ਮੈਡਲ ਜਿੱਤ ਸਕਦੀ ਹਾਂ ਜਾਂ ਕੁਝ ਕਰ ਸਕਦੀ ਕਿਉਂਕਿ ਗੋਰਿਆਂ ਦੇ ਵਿੱਚ ਖੜੇ ਹੋਣਾ ਇੱਕ ਬਹੁਤ ਡਿਫਰੈਂਟ ਸਿਨੈਰੀਓ ਹੋ ਜਾਂਦਾ ਕਿਉਂਕਿ ਜਿਹੜੇ ਗੋਰੇ ਬੱਚੇ ਆ ਉਹ ਯੰਗ ਏਜ ਤੋਂ ਆਪਣਾ ਜਿਮ ਆਪਣਾ ਰਿਜੀਮ ਆਪਣਾ ਰੂਟੀਨ ਡਿਫਰੈਂਟ ਰੱਖਦੇ ਆ ਮੈਂ ਸਿੱਖਿਆ ਜਿਮ ਆਪਣੀ ਏਜ ਦੇ ਵਿੱਚ ਲਾਈਕ ਆਮ 39 years old now ਤਾਂ ਮੈਂ ਸ਼ੁਰੂ ਕੀਤਾ 35 ਦੇ ਅਰਾਊਂਡ 34-35 ਦੇ ਅਰਾਊਂਡ ਸੋ ਇਟ ਵਾਸ ਨਾਟ ਈਜ਼ੀ ਸਟੈਂਡਿੰਗ with foreign people with foreign ladies with all the multicultural ladies but the message is if I can do it you can do it I was a normal person I'm still a normal person I mean but ਜੇ ਮੈਂ ਕੁਛ ਅਚੀਵ ਕਰ ਸਕਦੀ ਹਾਂ ਛੋਟਾ ਮੋਟਾ ਤਾਂ ਹਰ ਬੰਦਾ ਕਰ ਸਕਦਾ ਹੈ ਐਂਡ ਇਹਦੇ ਵਿੱਚ ਮੈਂ ਜਿਹੜੀ ਮੇਰੀ ਜਰਨੀ ਰਹੀ ਮੈਂ ਸਪੈਸ਼ਲ ਥੈਂਕਸ ਕਰਨਾ ਚਾਹੁੰਦੀ ਹਾਂ ਕੁਛ ਮੇਰੇ ਫਰੈਂਡਸ ਜਿਹੜੇ ਮੇਰੇ ਨਾਲ ਹਮੇਸ਼ਾ ਖੜੇ ਰਹੇ ਉਹਦੇ ਵਿੱਚ ਇੱਕ ਮੇਰੀ ਕਲਾਇੰਟ ਹੈ ਨਵਜੋਤ ਕੌਰ ਉਹ ਮੇਰੇ ਇਵੈਂਟ 'ਤੇ ਵੀ ਆਏ ਉਹਨਾਂ ਨੇ ਇਵੈਂਟ ਦੇਖਿਆ ਮੇਰਾ ਭਾਰਤੀ ਜਿਹੜਾ ਬਿੱਟੀ ਜਿਹੜਾ ਮੈਂ ਆਲਵੇਜ਼ ਥੈਂਕ ਕਰਦੀ ਹਾਂ ਦੈਨ ਰਵਨੀਤ ਸਿਡਨੀ ਤੋਂ ਮੇਰੀ ਮੰਮਾ ਮੇਰੀ ਸਿਸਟਰ ਮੇਰਾ ਬੇਟਾ ਲਕਸ਼ ਐਂਡ ਮੇਰੀ ਡਾਟਰ ਮੇਰਾ ਬੇਟਾ ਲਾਈਕ ਹਮੇਸ਼ਾ ਮੈਨੂੰ ਇਹ ਕਹਿੰਦਾ ਸੀ ਮੰਮਾ ਤੁਸੀਂ ਇਹ ਕੰਪੀਟੀਸ਼ਨ ਕਿਹਦੇ ਲਈ ਕਰ ਰਹੇ ਹੋ ਮੈਂ ਕਹਿੰਦੀ ਸੀ ਮੈਂ ਆਪਣੇ ਪਾਪਾ ਲਈ ਕਰ ਰਹੀ ਹਾਂ ਤਾਂ ਉਹ ਮੈਨੂੰ ਕਹਿੰਦਾ ਹੁੰਦਾ ਸੀ ਮੰਮਾ ਫਿਰ ਤੁਹਾਡੇ ਕੋਲ ਹਜੇ ਸੈਕਿੰਡ ਨੰਬਰ ਆਇਆ ਨਾ ਹਜੇ ਫਸਟ ਨੰਬਰ ਨਹੀਂ ਆਇਆ ਫਿਰ ਤੁਹਾਡੇ ਪਾਪਾ ਫਿਰ ਨਾਨਾ ਜੀ ਕਿੱਦਾਂ ਖੁਸ਼ ਹੋਗੇ ਤੁਸੀਂ ਨੰਬਰ 1 ਲੈ ਕੇ ਆਉਣਾ ਨਾ ਸੋ ਉਹ ਮੇਰਾ ਬੇਟਾ ਹੁਣ 8 ਸਾਲ ਦਾ ਆ ਬਟ ਉਹ ਜਦੋਂ ਲਾਈਕ 2 years ਬੈਕ ਨਾ ਤਾਂ ਉਹ ਮੇਰੀ ਰੀਅਲ ਮੈਂਟਲ ਸਪੋਰਟ ਉਹ ਬੱਚਾ ਸੀਗਾ ਉਹਨੇ ਮੈਨੂੰ ਬਹੁਤ ਸਪੋਰਟ ਕੀਤਾ ਦੈਨ ਇੱਥੇ ਮੇਰਾ ਜਿੰਨਾ ਵੀ ਫਰੈਂਡ ਸਰਕਲ ਸੀਗਾ ਐਵਰੀਬਡੀ ਆਈ ਵਾਂਟ ਟੂ ਥੈਂਕ ਐਵਰੀਵਨ ਜਿਹੜਾ ਹਜੇ ਤੱਕ ਵੀ ਮੇਰੇ ਨਾਲ ਖੜਾ ਆ
ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਆਪ ਤੇ ਫੋਕਸ ਕਰੋ। ਆਪਣਾ ਮੈਂਟਲ ਹੈਲਥ ਆਪਣੀ ਨੂੰ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ। ਮੈਂਟਲ ਹੈਲਥ ਠੀਕ ਰਹਿਣਾ, ਔਰ ਮੈਂਟਲ ਹੈਲਥ ਕਿੱਦਾਂ ਠੀਕ ਰਹੇਗੀ? ਜਦੋਂ ਤੁਸੀਂ ਆਪਣੇ ਆਪ ਤੇ ਵਰਕਆਊਟ ਕਰੋਗੇ, ਬਾਹਰ ਜਾਓਗੇ, ਜਿਮ ਜਾਓਗੇ, ਵਾਕ ਕਰੋਗੇ ਐਂਡ ਆਪਣੀ ਬਾਡੀ ਨੂੰ ਗੁੱਡ ਫੂਡ ਦਿਓਗੇ, ਉਹਦੇ ਨਾਲ ਤੁਸੀਂ ਵਧੀਆ ਰਹੋਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹੋਪ ਸੋ ਕਿ ਮੇਰਾ ਮੈਸੇਜ ਜਿਹੜਾ ਤੁਹਾਨੂੰ ਗਿਆ ਇਹ ਤੁਹਾਨੂੰ ਸਾਰੇ ਨੂੰ ਚੰਗਾ ਲੱਗਾ ਹੋਵੇ, ਔਰ ਮੇਰੀ ਜਰਨੀ ਤੋਂ ਇਨਸਪਾਇਰ ਹੋ ਕੇ ਜਾਂ ਮੇਰੀ ਜਰਨੀ ਤੋਂ ਕੁਝ ਥੋੜਾ ਬਹੁਤ ਤੁਹਾਨੂੰ ਲੱਗੇ ਕਿ ਹਾਂ ਇਹਨੇ ਆਪਣੀ ਲਾਈਫ 'ਚ ਕੁਝ ਥੋੜਾ ਬਹੁਤ ਚੰਗਾ ਕੀਤਾ। ਸੋ ਉਹਨੂੰ ਇੰਪਲੀਮੈਂਟ ਕਰਕੇ ਦੇਖਿਓ ਐਂਡ ਮੈਂ ਵੀ ਹੈਪੀ ਹੋਊਂਗੀ, ਮੇਰੇ ਡੈਡ ਵੀ ਹੈਪੀ ਹੋਗੇ ਕਿ ਇਹਨੇ ਕੁਝ ਆਪਣੇ ਲਈ ਕੀਤਾ। ਕੁਝ ਜਿਹੜੇ ਉਹਨੂੰ ਮੈਨੂੰ ਕੋਈ ਬੰਦੇ ਦੇਖ ਰਹੇ ਆ, ਉਹ ਮੈਨੂੰ ਦੇਖ ਕੇ ਜੇ ਕੋਈ ਆਪਣੀ ਲਾਈਫ 'ਚ ਚੇਂਜ ਲੈ ਕੇ ਆਉਣ ਤਾਂ ਮੈਂ ਉਹਦੇ ਲਈ ਬਹੁਤ ਖੁਸ਼ ਹੋਵਾਂਗੀ। ਬਹੁਤ ਧੰਨਵਾਦੀ ਹਾਂ ਹਾਂਜੀ ਪੰਜਾਬ ਚੈਨਲ ਦੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਇਹ ਮੰਚ ਦਿੱਤਾ, ਇਹ ਮੌਕਾ ਦਿੱਤਾ ਜਿੱਥੇ ਕਿ ਮੈਂ ਆਪਣੀ ਇਹ ਜ਼ਿੰਦਗੀ ਦੀ ਇੱਕ ਇੰਸਪੀਰੇਸ਼ਨਲ ਸਟੋਰੀ ਨੂੰ ਸਾਂਝੀ ਕਰ ਸਕਾਂ। ਮੈਂ ਮੰਨਦੀ ਹਾਂ ਜੇ ਮੈਂ ਕਰ ਸਕਦੀ ਹਾਂ, ਹਰ ਔਰਤ ਕਰ ਸਕਦੀ ਆ। ਸੋ ਔਰਤ ਹੋਣ ਦੇ ਨਾਤੇ ਸਾਨੂੰ ਆਪਣੀ ਹੋਂਦ ਦੀ ਆਪਣੀ ਤਾਕਤ ਨੂੰ ਪਛਾਣਨ ਦੀ ਲੋੜ ਆ। ਜਦੋਂ ਅਸੀਂ ਇਹ ਤਾਕਤ ਨੂੰ ਪਛਾਣ ਗਏ, ਆਪਣੀ ਹੋਂਦ ਨੂੰ ਪਛਾਣ ਗਏ, ਸਾਨੂੰ ਲੱਗਦਾ ਕਿ ਅਸੀਂ ਦੁਨੀਆ ਦਾ ਹਰ ਕੰਮ ਪੋਸੀਬਲ ਕਰ ਸਕਦੇ ਹਾਂ।